ਅੱਜ ਆਪਾਂ ਸੈਕਿੰਡ ਯੂਨਿਟ ਦੇ ਫਸਟ ਚੈਪਟਰ ਦੀ ਵੀਡੀਓ ਬਣਾਉਣ ਲੱਗੇ ਹਾਂ। ਤੇ ਸੈਕਿੰਡ ਯੂਨਿਟ ਹੈ ਜਿਹੜਾ ਕਲਾਸ +1 ਦਾ ਵਿੱਚ ਉਹਦੇ 'ਚ ਪਹਿਲਾ ਚੈਪਟਰ ਹੈ ਮੋਸ਼ਨ ਇਨ ਏ ਸਟ੍ਰੇਟ ਲਾਈਨ, ਜਾਂ ਫਿਰ ਆਪਾਂ ਹੋਰ ਕੀ ਕਹਿ ਸਕਦੇ ਹਾਂ ਇਹਨੂੰ ਕਹਿ ਸਕਦੇ ਆ ਕਾਈਨੇਮੈਟਿਕਸ। ਕੀ ਕਹਿ ਸਕਦੇ ਆ ਬੇਟਾ? ਕਾਈਨੇਮੈਟਿਕਸ। ਤੇ ਅੱਜ ਆਪਾਂ ਇਹਦੇ ਬਾਰੇ ਪੜ੍ਹਾਂਗੇ। ਆ ਤਾਂ ਆਲਰੇਡੀ ਰਿਟਨ ਨੋਟਸ ਹੈ, ਤੇ ਪਹਿਲੇ ਮੈਂ ਤੁਹਾਨੂੰ ਸਮਝਾ ਲੈਂਦਾ ਹਾਂ, ਫਿਰ ਤੁਹਾਨੂੰ ਮੈਂ ਨੋਟਸ ਦਿਖਾਵਾਂਗਾ ਬੇਟਾ ਜਿਹੜੇ ਨੋਟਸ 'ਚ ਲਿਖਿਆ ਹੋਇਆ। ਤੇ ਸਾਡੇ ਚੈਪਟਰ ਦਾ ਨਾਮ ਸੀਗਾ ਮੋਸ਼ਨ ਇਨ ਏ ਸਟ੍ਰੇਟ ਲਾਈਨ। ਸੋ ਆਪਾਂ ਮੋਸ਼ਨ ਇਨ ਏ ਸਟ੍ਰੇਟ ਲਾਈਨ ਡਿਸਕਸ ਕਰਨਾ ਹੈ। ਤੇ ਇਹਦੇ 'ਚ ਆਪਾਂ ਕੁਛ ਕਲਰਸ ਆਲਰੇਡੀ ਸਿਲੈਕਟ ਕਰ ਲੈਂਦੇ ਹਾਂ। ਤੇ ਕਲਰਸ ਕੀ ਨੇ? ਪਹਿਲਾ ਇੱਥੇ ਹੈਡਿੰਗ ਦੇ ਲੈਂਦੇ ਆਪਾਂ ਮੋਸ਼ਨ ਇਨ ਏ ਸਟ੍ਰੇਟ ਲਾਈਨ। ਆ ਚੈਪਟਰ ਦਾ ਨਾਮ ਹੈ ਮੋਸ਼ਨ ਇਨ ਏ ਸਟ੍ਰੇਟ ਲਾਈਨ। ਇਹਨੂੰ ਤੁਸੀਂ ਹੋਰ ਕੀ ਕਹਿ ਸਕਦੇ ਆ? ਕਾਈਨੇਮੈਟਿਕਸ। ਸੋ ਬੱਚੇ, ਕਾਈਨੇਮੈਟਿਕਸ ਆਪਾਂ ਪੜ੍ਹਨ ਤੋਂ ਪਹਿਲਾਂ ਇੱਥੇ ਕੁਛ ਇੱਕ ਟਰਮਸ ਹੈ ਮਕੈਨਿਕਸ। ਮਕੈਨਿਕਸ ਕੀ ਚੀਜ਼ ਹੈ ਐਕਚੁਅਲ 'ਚ? ਇਟ ਇਜ਼ ਦਾ ਸਟੱਡੀ ਆਫ motion of object। motion of an object। ਤੇ ਜਿਹੜੀਆਂ ਮਕੈਨਿਕਸ ਹੈ ਇਹਦੇ 3 ਪਾਰਟਸ ਨੇ: ਸਟੈਟਿਕਸ, ਕਾਈਨੇਮੈਟਿਕਸ ਐਂਡ ਡਾਇਨੈਮਿਕਸ। ਸਟੈਟਿਕਸ ਦਾ ਮਤਲਬ ਹੀ ਕੀ ਹੈ ਬੱਚੇ? ਐਟ ਰੈਸਟ। ਤੇ ਇਸ ਦਾ ਮਤਲਬ ਸਟੈਟਿਕ ਕੀ ਚੀਜ਼ ਹੋਗੀ ਬੇਟਾ? ਸਟੈਟਿਕਸ ਸਟੱਡੀ ਆਫ ਆਬਜੈਕਟਸ ਐਟ ਰੈਸਟ। ਕੀ ਕਹਿ ਸਕਦੇ ਆਪਾਂ? ਇਟ ਇਜ਼ ਦਾ ਸਟੱਡੀ ਆਫ ਆਬਜੈਕਟਸ ਐਟ ਰੈਸਟ। ਜਾਂ ਫਿਰ ਰੈਸਟ ਦੀ ਥਾਂ 'ਤੇ ਆਪਾਂ ਇੱਕ ਵਰਡ ਹੋਰ ਯੂਜ਼ ਕਰ ਸਕਦੇ ਹਾਂ, ਇਨ ਇਕੁਇਲਿਬਰੀਅਮ। ਇਕੁਇਲਿਬਰੀਅਮ ਦਾ ਮਤਲਬ ਕੀ ਹੈ? ਕਿ ਆਹ ਕੋਈ ਬਾਡੀ ਹੈ, ਇਹਦੇ ਉੱਤੇ ਲਾਰਜ ਨੰਬਰ ਆਫ ਫੋਰਸਿਸ ਲੱਗੀਆਂ ਹੋਈਆਂ ਬੇਟੇ, ਬੈਲੈਂਸਡ ਫੋਰਸਿਸ। ਬਹੁਤ ਸਾਰੀਆਂ ਫੋਰਸਿਸ ਜਿੰਨੀਆਂ ਮਰਜ਼ੀ ਹੋਵੇ, ਬਟ ਬੈਲੈਂਸਡ ਫੋਰਸਿਸ। ਤਾਂ ਓਬਵੀਅਸ ਹੈ ਇਹਦੀ ਸਟੇਟ ਚੇਂਜ ਨਹੀਂ ਹੋਏਗੀ, ਤਾਂ ਇਹ ਕਿਵੇਂ ਰਹੇਗੀ ਬੱਚੇ ਆ ਬਾਡੀ ਬੇਟਾ? ਬਾਡੀ ਇਨ ਇਕੁਇਲਿਬਰੀਅਮ, ਕਿਉਂਕਿ ਕਿਸੇ ਵੀ ਸਾਈਡ 'ਚ ਮੂਵ ਨਹੀਂ ਕਰੂਗੀ ਅਗਰ ਨੰਬਰ ਆਫ ਬੈਲੈਂਸਡ ਫੋਰਸਿਸ ਇਹਦੇ ਉੱਤੇ ਲੱਗੀਆਂ ਹੋਣਗੀਆਂ। ਇਸ ਤੋਂ ਬਾਅਦ ਬੱਚੇ ਸਾਡੇ ਕੋਲ ਕੀ ਹੈ? ਦੂਸਰਾ ਕਾਈਨੇਮੈਟਿਕਸ। ਤੇ ਕਾਈਨੇਮੈਟਿਕਸ ਬੇਟਾ ਇਹ ਸਾਨੂੰ ਕਿਸੇ ਬਾਡੀ ਦੇ ਮੋਸ਼ਨ ਬਾਰੇ ਤਾਂ ਦੱਸਦੀ ਹੈ, ਬਟ ਇਟ ਡਜ਼ ਨਾਟ ਟੈਲਸ ਅਸ ਅਬਾਊਟ ਦਾ ਕਾਜ਼ ਆਫ ਮੋਸ਼ਨ। ਸੋ ਆਪਾਂ ਕੀ ਕਹਿ ਸਕਦੇ ਬੇਟਾ? ਇਟ ਇਜ਼ the study of motion of objects, motion of an object, but it does not tells us about the cause of motion। ਕਾਜ਼ ਆਫ ਮੋਸ਼ਨ ਇਹ ਸਾਨੂੰ ਕਾਹਦੇ ਬਾਰੇ ਨਹੀਂ ਦੱਸਦੀ ਹੈ? ਕਾਰਨ ਨਹੀਂ ਦੱਸ ਪਾਉਂਦੀ ਮੋਸ਼ਨ ਦਾ। ਇਸ ਤੋਂ ਬਾਅਦ ਆ ਗਈ ਸਾਡੇ ਕੋਲ ਬੇਟਾ ਤੀਸਰੀ ਬ੍ਰਾਂਚ ਮਕੈਨਿਕਸ ਦੀ, ਡਾਇਨੈਮਿਕਸ। ਐਕਚੁਅਲ 'ਚ ਡਾਇਨੈਮਿਕਸ ਵਰਡ ਇਜ਼ ਰਿਲੇਟਡ ਟੂ ਪਾਵਰ, ਸਮ ਕਾਈਂਡ ਆਫ ਪਾਵਰ। ਇਸ ਦਾ ਮਤਲਬ ਇਹ ਸਾਨੂੰ ਕੀ ਦੱਸਦੀ ਹੈ ਬੇਟਾ? ਮੋਸ਼ਨ ਤਾਂ ਦੱਸਦੀ ਹੈ, ਅਤੇ ਮੋਸ਼ਨ ਦਾ ਕਾਰਨ ਵੀ ਦੱਸਦੀ ਹੈ ਕਿ ਕੋਈ ਬਾਡੀ ਮੋਸ਼ਨ 'ਚ ਕਿਉਂ ਹੈ। ਅਤੇ ਆਪਾਂ ਕਹਿ ਸਕਦੇ ਬੇਟਾ ਕਿ ਇਟ ਇਜ਼ ਦਾ ਸਟੱਡੀ ਆਫ motion of an object
ਤੇ ਨਾਲ ਦੀ ਨਾਲ ਆਪਾਂ ਕਹਿ ਸਕਦੇ ਬੇਟੇ ਐਂਡ ਇਟ ਆਲਸੋ tells us about the cause of motion ਤੇ ਨਾਲ ਦੀ ਨਾਲ ਸਾਨੂੰ ਕਾਰਨ ਵੀ ਦੱਸਦੀ ਹੈ ਮੋਸ਼ਨ ਦਾ। ਤਾਂ ਇਹ ਬੇਟਾ ਇੰਟਰੋਡਕਸ਼ਨ ਹੈ ਐਕਚੁਅਲ ਜਿਸ ਚੈਪਟਰ ਦੀ। ਤੇ ਇੰਟਰੋਡਕਟਰੀ ਪਾਰਟ ਹੈ। ਸਟੈਟਿਕਸ ਕੀ ਹੁੰਦੀ ਹੈ, ਸਟੈਟਿਕਸ ਦਾ ਮਤਲਬ ਵੀ ਕੀ ਹੁੰਦਾ ਹੈ, ਐਟ ਰੈਸਟ। ਕਾਇਨੈਮਿਕਸ ਕੀ ਹੁੰਦੀ ਹੈ, ਰਿਲੇਟਡ ਟੂ ਮੋਸ਼ਨ। ਡਾਇਨੈਮਿਕਸ ਇਜ਼ ਆਲਸੋ ਰਿਲੇਟਡ ਟੂ ਮੋਸ਼ਨ ਪਲੱਸ ਇੱਕ ਕਾਜ਼ ਆਫ ਮੋਸ਼ਨ ਵੀ ਸਾਨੂੰ ਦੱਸਦੀ ਹੈ, ਕਾਜ਼ ਆਫ ਮੋਸ਼ਨ। ਸੋ ਇਹ ਸੀਗਾ ਇਹਦਾ ਬੇਸਿਕ ਇੰਟਰੋਡਕਟਰੀ ਪਾਰਟ। ਅਤੇ ਹੁਣ ਥੋੜ੍ਹਾ ਜਿਹਾ 9th ਵਾਲਾ ਪਾਰਟ ਹੈ। 9th ਕਲਾਸ ਤੁਸੀਂ ਪੜ੍ਹਿਆ ਹੋਇਆ ਜਿਵੇਂ ਕਿ ਰੈਸਟ। ਰੈਸਟ ਤੋਂ ਆਪਾਂ ਕੀ ਸਮਝਦੇ ਹਾਂ, ਰੈਸਟ ਦਾ ਮਤਲਬ ਕੀ ਹੋਇਆ ਜੇ ਪੰਜਾਬੀ 'ਚ ਆਪਾਂ ਸਮਝੀਏ ਕਿ ਅਗਰ ਕੋਈ ਬਾਡੀ ਆਪਣਾ ਥਾਂ ਮੀਨਸ ਪੋਜੀਸ਼ਨ ਚੇਂਜ ਨਾ ਕਰੇ ਵਿਦ ਰਿਸਪੈਕਟ ਟੂ ਇਟਸ ਸਰਾਊਂਡਿੰਗ, ਤਾਂ ਆਪਾਂ ਕੀ ਕਹਿੰਦੇ ਹਾਂ ਕਿ ਉਹ ਬਾਡੀ ਕੀ ਹੈ, ਐਟ ਰੈਸਟ। ਬਾਡੀ ਕਿਵੇਂ ਹੈ, ਐਟ ਰੈਸਟ। ਤੋ ਆਪਾਂ ਕਹਿ ਸਕਦੇ ਹਾਂ ਕਿ ਇਹ ਬਾਡੀ is said to be at rest, at rest if it does not change its position, change its position with respect to its surrounding with time। ਟਾਈਮ ਦੇ ਨਾਲ ਬੇਟਾ ਇਹ ਚੇਂਜ ਨਾ ਕਰੇ। ਜਿਵੇਂ ਕਿ ਕੋਈ ਵੀ ਐਗਜ਼ਾਮਪਲ ਤੁਸੀਂ ਦੇ ਸਕਦੇ ਆ, ਫੋਰ ਐਗਜ਼ਾਮਪਲ ਟਰੀਜ਼, ਬਿਲਡਿੰਗਸ ਐਟਸੈਟਰਾ, ਮਾਊਂਟੇਨਸ, ਬਹੁਤ ਸਾਰੀਆਂ ਐਗਜ਼ਾਮਪਲਸ ਨੇ ਮਾਊਂਟੇਨਸ। ਓਕੇ, ਅਤੇ ਇਸ ਤੋਂ ਬਾਅਦ ਆ ਗਿਆ ਬੇਟਾ ਮੋਸ਼ਨ। ਮੋਸ਼ਨ ਕੀ ਹੁੰਦਾ ਬੇਟਾ, ਇਹ ਬਾਡੀ is said to be in motion। अगर कोई बॉडी अपना बेटा थां चेंज करे तद अपन की कहना कि वो मोशन च मीनस अपनी पोजीशन चेंज करे। ए बॉडी इज सेड टू बी इन मोशन इफ इट चेंजेस इट्स पोजीशन with respect to its surrounding with time। ਟਾਈਮ ਦੇ ਨਾਲ ਤਾਂ ਆਪਾਂ ਕੀ ਕਹਿੰਦੇ ਹਾਂ ਕਿ ਉਹ ਬਾਡੀ ਕਾਹਦੇ 'ਚ ਹੈ, ਮੋਸ਼ਨ 'ਚ। ਹੁਣ ਬੱਚੇ ਆਪਾਂ ਔਨਲਾਈਨ ਕਲਾਸ ਵੀ ਪੜ੍ਹਦੇ ਹਾਂ ਕਿ ਔਰ ਇਹ 9th ਵੀ ਪੜ੍ਹਿਆ ਹੋਇਆ ਕਿ ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਇੱਕ ਦੂਜੇ ਦੇ ਰਿਸ਼ਤੇਦਾਰ ਹੈ। ਇਸ ਗੱਲ ਨੂੰ ਸਮਝਣ ਦੇ ਲਈ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਸਮਝਦੇ ਹਾਂ ਕਿ ਬੱਸ 'ਚ ਅਗਰ ਪੈਸੰਜਰਸ ਬੈਠੇ ਹੈ, ਕੀ ਬੈਠੇ ਪੈਸੰਜਰਸ, ਤਾਂ ਜਦੋਂ ਇੱਕ ਦੂਜੇ ਨੂੰ ਦੇਖਦੇ ਹੈ ਤਾਂ ਉਹ ਕਿਵੇਂ ਹੁੰਦੇ ਆ ਬੇਟਾ, ਰੈਸਟ। ਬਟ ਜਦੋਂ ਬਾਹਰ ਦੇਖਦੇ ਹੈ ਤਾਂ ਉਹ ਕਿਵੇਂ ਹੁੰਦੇ ਆ ਬੇਟਾ, ਮੋਸ਼ਨ 'ਚ। ਤਾਂ ਆਪਾਂ ਸੇਮ ਟਾਈਮ 'ਚ ਬੇਟਾ ਰੈਸਟ ਵੀ ਹੈ, ਮੋਸ਼ਨ 'ਚ ਵੀ ਹੈ, ਤਾਂ ਆਪਾਂ ਕੀ ਕਹਿ ਸਕਦੇ ਬੇਟਾ ਕਿ ਰੈਸਟ ਐਂਡ ਮੋਸ਼ਨ ਆਰ ਰਿਲੇਟਿਵ ਟਰਮਸ। ਆਹੀ ਆਪਾਂ ਨੇ ਪੜ੍ਹਿਆ 9th ਕਲਾਸ 'ਚ। ਇਹ ਅਜੇ ਤੱਕ ਮੈਂ 9th ਸਟੈਂਡਰਡ ਹੀ ਡਿਸਕਸ ਕਰ ਰਿਹਾ। ਮੈਂ ਤੁਹਾਨੂੰ +1 'ਚ ਦੱਸਾਂਗਾ ਕਿ ਇਹਨੂੰ ਲਿਟਲ ਬਿਟ ਕਿਵੇਂ ਚੇਂਜ ਕਰਕੇ ਆਪਾਂ ਪੜ੍ਹਾਂਗੇ। ਤਾਂ ਇੱਥੇ ਐਗਜ਼ਾਮਪਲ ਦੇ ਤੌਰ 'ਤੇ ਬੇਟਾ ਆਹੀ ਚੀਜ਼ ਆਪਾਂ ਐਕਸਪਲੇਨ ਕਰ ਦੇਣੀ ਹੈ। ਪੈਸੇਂਜਰਸ ਸਿਟਿੰਗ in a moving bus are at rest with respect to each other। अगर एक दूजे ਨੂੰ ਦੇਖਦੇ ਆ ਤਾਂ ਰੈਸਟ ਹੁੰਦੇ ਆ ਬੱਸ ਬੈਠੇ ਹੋਏ, ਬਟ at the same time they are they are in motion, with respect to outside surrounding।
ਲਾਈਕ ਬਿਲਡਿੰਗਸ, ਬਸ ਤੋਂ ਬਾਹਰ ਦੇਖੀਏ ਬਿਲਡਿੰਗਸ, रोड ਦੇ ਅਰਾਊਂਡ or trees etc. So we can say that rest and motion are relative terms. Motion are relative terms. ਇਹ ਬੇਟਾ ਤੁਸੀਂ 9th ਕਲਾਸ ਪੜ੍ਹਿਆ ਹੋਇਆ ਪੂਰਾ ਐਜ਼ ਇਟ ਇਜ਼, ਲੇਕਿਨ ਬੱਚੇ ਹੁਣ ਲਿਟਲ ਬਿਟ ਆਪਾਂ ਇਹ ਤੋਂ ਐਕਸਟਰਾ ਕੀ ਪੜ੍ਹਨਾ ਇਸ ਚੈਪਟਰ 'ਚ। ਦੇਖੋ ਹੈਗਾ ਤਾਂ ਉਹੀ ਚੀਜ਼ ਹੈ, ਲੇਕਿਨ ਥੋੜ੍ਹਾ ਜਿਹਾ ਐਕਸਟਰਾ ਕੀ ਪੜ੍ਹਨਾ। ਦੇਖੋ ਮਕੈਨਿਕਸ ਤਾਂ ਉਹੀ ਚੀਜ਼ ਆ ਗਈ, ਇਟ ਇਜ਼ ਦਾ ਬ੍ਰਾਂਚ ਆਫ ਫਿਜ਼ਿਕਸ ਵਿਚ ਡੀਲਸ ਵਿਦ ਦਾ ਸਟੱਡੀ ਆਫ ਮੋਸ਼ਨ ਆਫ ਆਬਜੈਕਟਸ। ਅਤੇ ਮਕੈਨਿਕਸ ਦੇ 3 ਪਾਰਟਸ ਹੁੰਦੇ ਹੈ, ਸਟੈਟਿਕਸ, ਕਾਇਨੈਟਿਕਸ, ਡਾਇਨਾਮਿਕਸ। ਸਟੈਟਿਕਸ ਮੀਨਸ ਬਾਡੀ ਐਟ ਰੈਸਟ ਜਾਂ ਫਿਰ ਇਨ ਇਕੁਇਲਿਬਰੀਅਮ ਅੰਡਰ ਦਾ ਐਕਸ਼ਨ ਆਫ ਫੋਰਸਿਸ। ਆਹੀ ਚੀਜ਼ ਮੈਂ ਸਮਝਾ ਕੇ ਹਟਾ ਤੁਹਾਨੂੰ। ਕਾਇਨੈਮੈਟਿਕਸ ਸਾਨੂੰ ਉਹ ਵਾਲੀ ਬ੍ਰਾਂਚ ਹੈ ਮਕੈਨਿਕਸ ਦੀ ਜਿਹੜੀ ਕਾਹਦੇ ਬਾਰੇ ਦੱਸਦੀ ਹੈ ਬੇਟਾ, ਮੋਸ਼ਨ ਬਾਰੇ ਦੱਸਦੀ ਹੈ, ਬਟ ਇਟ ਡਜ਼ ਨਾਟ ਟੈਲਸ ਅਸ ਅਬਾਊਟ ਦਾ ਕਾਜ਼ ਆਫ ਮੋਸ਼ਨ। ਇਸ ਤੋਂ ਬਾਅਦ ਹੈ ਡਾਇਨੈਮਿਕਸ। ਡਾਇਨੈਮਿਕਸ ਵੀ ਕਾਹਦੀ ਬ੍ਰਾਂਚ ਹੈ ਬੇਟਾ, ਮਕੈਨਿਕਸ ਦੀ। ਇਹ ਸਾਨੂੰ ਕਾਹਦੇ ਬਾਰੇ ਦੱਸਦੀ ਹੈ, ਮੋਸ਼ਨ ਬਾਰੇ ਦੱਸਦੀ ਹੈ, ਅਤੇ ਨਾਲ ਦੀ ਨਾਲ ਇਹ ਸਾਨੂੰ ਕੀ ਦੱਸਦੀ ਹੈ, ਕਾਜ਼ ਆਫ ਮੋਸ਼ਨ। ਅਤੇ ਡੈਫੀਨੇਸ਼ਨਸ ਲਿਖੀਆਂ ਹੋਈਆਂ ਬੇਟਾ। ਲੇਕਿਨ ਇੱਥੇ ਜਿਹੜੀ ਇੱਕ ਗੱਲ ਆਪਾਂ ਨੇ ਪੜ੍ਹਨੀ ਹੈ ਬੱਚੇ, ਉਹ ਆ ਹੈ ਬੱਚੇ, ਆਪਾਂ ਔਰਿਜਨ ਵਰਡ ਸੁਣਿਆ ਹੋਣਾ, ਔਰਿਜਨਸ। ਲੇਕਿਨ ਆਪਾਂ ਇੱਥੇ ਕੀ ਵਰਡ ਯੂਜ਼ ਕਰਨਾ ਹੈ, ਇੱਕ ਫਰੇਮ ਆਫ ਰੈਫਰੈਂਸ। ਫਰੇਮ ਆਫ ਰੈਫਰੈਂਸ ਬੇਟਾ ਉਹ ਵਾਲਾ ਫਿਕਸਡ ਪੁਆਇੰਟ ਹੁੰਦਾ ਜਾਂ ਪਲੇਸ, ਕਿਸੇ ਵੀ ਫਿਕਸਡ ਪੁਆਇੰਟ ਜਾਂ ਪਲੇਸ ਨੂੰ ਆਪਾਂ ਫਰੇਮ ਆਫ ਰੈਫਰੈਂਸ ਕਹਿੰਦੇ ਹੈ, ਜਿਹਦੇ ਵਿਦ ਰਿਸਪੈਕਟ ਆਪਾਂ ਕਿਸੇ ਵੀ ਬਾਡੀ ਦੀ ਪੋਜੀਸ਼ਨ, ਵੈਲੋਸਿਟੀ ਜਾਂ ਐਕਸਲਰੇਸ਼ਨ ਕਿਸੇ ਵੀ ਆਬਜੈਕਟ ਦਾ ਮੇਜ਼ਰ ਕਰ ਸਕੀਏ। ਮੀਨਸ ਕਿਸੇ ਪੁਆਇੰਟ 'ਤੇ ਜਿੱਥੇ ਆਪਾਂ ਖੜੇ ਹੋਏ ਹੈ, ਉਸ ਪੁਆਇੰਟ ਨੂੰ ਆਪਾਂ ਕੀ ਕਹਾਂਗੇ, ਫਰੇਮ ਆਫ ਰੈਫਰੈਂਸ। ਅਗਰ ਉਸ ਪੁਆਇੰਟ ਦੇ ਵਿਦ ਰਿਸਪੈਕਟ ਆਪਾਂ ਕਿਸੇ ਵੀ ਮੂਵਿੰਗ ਆਬਜੈਕਟ ਦੀ ਕੀ ਚੀਜ਼ ਪਤਾ ਕਰ ਸਕੀਏ ਬੇਟਾ, ਪੋਜੀਸ਼ਨ ਪਤਾ ਕਰ ਸਕੀਏ, ਐਕਸਲਰੇਸ਼ਨ ਪਤਾ ਕਰ ਸਕੀਏ ਜਾਂ ਵੈਲੋਸਿਟੀ ਪਤਾ ਕਰ ਸਕੀਏ, ਉਸ ਪੁਆਇੰਟ ਜਾਂ ਉਸ ਪਲੇਸ ਨੂੰ ਆਪਾਂ ਕੀ ਕਹਿੰਦੇ ਆ, ਫਰੇਮ ਆਫ ਰੈਫਰੈਂਸ। ਅਤੇ ਇਹ 2 ਤਰ੍ਹਾਂ ਦਾ ਹੁੰਦਾ ਬੇਟਾ, ਇਨਰਸ਼ੀਅਲ ਫਰੇਮ ਆਫ ਰੈਫਰੈਂਸ। ਇਨਰਸ਼ੀਅਲ ਫਰੇਮ ਆਫ ਰੈਫਰੈਂਸ ਨੂੰ ਆਪਾਂ ਨੋਨ ਐਕਸਲਰੇਟਡ ਫਰੇਮ ਆਫ ਰੈਫਰੈਂਸ ਵੀ ਕਹਿੰਦੇ ਆ। ਇਹਦੇ ਨਾਮ ਤੋਂ ਹੀ ਪਤਾ ਚੱਲ ਗਿਆ ਬੇਟੇ, ਨੋਨ ਐਕਸਲਰੇਟਡ ਫਰੇਮ ਆਫ ਰੈਫਰੈਂਸ ਇਜ਼ ਨੋਨ ਐਜ਼ ਇਨਰਸ਼ੀਅਲ ਫਰੇਮ ਆਫ ਰੈਫਰੈਂਸ। ਨੋਨ ਐਕਸਲਰੇਟਡ ਦਾ ਮਤਲਬ ਕੀ ਹੈ ਇੱਥੇ, ਕਿ ਉਹਦੀ ਵੈਲੋਸਿਟੀ ਕੀ ਹੋਣੀ ਚਾਹੀਦੀ, ਜਾਂ ਤਾਂ 0 ਹੋਵੇ ਵੈਲੋਸਿਟੀ, ਜਾਂ ਫਿਰ ਵੈਲੋਸਿਟੀ ਕੀ ਹੋਵੇ, ਯੂਨੀਫਾਰਮ ਮੀਨਸ ਕੌਨਸਟੈਂਟ। means the frame of reference which is either at rest or moving with uniform velocity is called inertial frame of reference या फिर non accelerated frame of reference। देखो की कंडीशंस हो गया inertial या non accelerated frame of reference ਦੀਆਂ, या तो बॉडी की होवे रेस्ट, या अगर मूव कर रही होवे तो किवें मूव कर रही होवे बच्चे, विद यूनीफॉर्म वेलोसिटी। तो इत्थे एग्जांपल दित्तियां, फॉर एग्जांपल फ्रेम ऑफ रेफरेंस फिक्सड ऑन अर्थ। अर्थ के उत्ते फिक्सड है अगर इज टेकन एज इनर्शियल फ्रेम ऑफ रेफरेंस। ऐसे ही अगर मान लो कोई ऑब्जर्वर काहदे च बेटे, ट्रेन च, और ट्रेन मूव कर रही है हॉरिजोंटल ट्रैक के उत्ते विद यूनीफॉर्म वेलोसिटी, तो हुण वो ऑब्जर्वर ट्रेन च है, तो जिहड़ा ट्रेन है वो की चीज़ है, फ्रेम ऑफ रेफरेंस। लेकिन वो किहड़ा फ्रेम ऑफ रेफरेंस है, वो वाला जिहड़ा की है यूनीफॉर्म वेलोसिटी दे नाल मूव कर रहा है। मीनस यूनीफॉर्म वेलोसिटी दे नाल मूव कर रहा है, तो एक्सलरेशन कितना होएगा, 0 मीनस नॉन एक्सलरेटेड। तो आप आ भी एग्जाम्पल काहदी दे सकते हैं, नॉन एक्सलरेटेड फ्रेम ऑफ रेफरेंस दी या फिर इनर्शियल फ्रेम ऑफ रेफरेंस दी। इस तो बाद है नॉन इनर्शियल फ्रेम ऑफ रेफरेंस। ऑब्वियस है बेटा, नाम तो पता लगा, नॉन इनर्शियल फ्रेम ऑफ रेफरेंस नूं होर की कहते हैं, एक्सलरेटेड फ्रेम ऑफ रेफरेंस। तो किसी भी बॉडी का एक्सलरेशन कदों हुंदा, जदों उहदी वेलोसिटी वेरीएबल होवे, नॉन यूनीफॉर्म होवे, तो आप की कह सकते हैं, ए फ्रेम ऑफ रेफरेंस विच इज एक्सलरेटेड और मूविंग विद नॉन यूनीफॉर्म वेलोसिटी। किमें बेटा, नॉन यूनीफॉर्म वेलोसिटी जदों होएगी तदे उहदा एक्सलरेशन होना है बॉडी का। जे यूनीफॉर्म होई वेलोसिटी तो एक्सलरेशन 0 होएगा। तो नॉन यूनीफॉर्म वेलोसिटी अगर होएगी तो एक्सलरेशन होएगा, मीनस उन्होंने की कहांगे आपां, नॉन इनर्शियल फ्रेम ऑफ रेफरेंस या नॉन एक्सलरेटेड या एक्सलरेटेड फ्रेम ऑफ रेफरेंस सो इस तो बाद मैं इत्थे लिखा हुआ है रेस्ट। बॉडी रेस्ट कदों हुंदी, अगर वो अपनी पोजीशन चेंज ना करे विद रिस्पैक्ट टू इट्स सराउंडिंग। ये तो होगी बेटा 9th क्लास की स्टेटमेंट। अगर तुसीं +1 के स्टैंडर्ड के हिसाब नाल लिखना तो आपां सराउंडिंग नूं की कह लेना, फ्रेम ऑफ रेफरेंस। इफ ए बॉडी डज नॉट चेंज इट्स पोजीशन as time passes with respect to the frame of reference, it is said to be at a rest। इस तो बाद है बेटा
a body is said to be in motion if it does not change its position with respect to its surrounding। ਇਹ ਤਾਂ ਮੈਂ ਸਮਝਾ ਕੇ ਹਟਾ। ਤੇ ਹੁਣ ਆਪਾਂ ਇੱਥੇ ਬੇਟਾ ਸਰਾਊਂਡਿੰਗ ਦੀ ਥਾਂ ਤੇ ਕੀ ਵਰਡ ਯੂਜ਼ ਕਰਾਂਗੇ, ਜਿੱਦਾਂ ਜਿੱਦਾਂ ਵੱਡੇ ਹੁੰਦੇ ਜਾਵਾਂਗੇ, frame of reference। a body does not a body changes its position if a body changes its position as time passes with respect to frame of reference, it is said to be in motion। ਤੇ ਆ ਮੈਂ एग्जाम्पल ऊपर फिर रेस्ट एंड मोशन आर रिलेटिव टर्म्स ਉਹੀ एग्जाम्पल्स लिखी हुई है ਜਿਹੜੀ मैं ऊपर समझा के हटा। पैसेंजर सिटिंग इन ए मूविंग बस आर एट रेस्ट with respect to each other, but at the same time they are in motion with respect to outside surrounding like trees, buildings, etc। so we can say that rest and motion are relative terms। ਇਹ तो गई 9th स्टैंडर्ड ਦੀ। ਹੁਣ ਬੇਟੇ ਮੈਂ ਇੱਥੇ ਇੱਕ एग्जाम्पल ਅਲੱਗ ਦਿੱਤੀ ਹੋਈ ਹੈ ਕਾਹਦੀ ਬੇਟਾ, ਫਰੇਮ ਆਫ ਰੈਫਰੈਂਸ ਦੀ ਤਰ੍ਹਾਂ ਨਾਲ। ਜਿਵੇਂ ਕਿ ਇਹ ਪੈਸੇਂਜਰ standing on a platform, observe that tree on a platform is at rest। एक ट्री है बेटा, ऑबवियस है प्लेटफॉर्म ते एक पैसेंजर खड़ा होया ਉਹਦੇ ਲਈ ट्री रेस्ट है। बट वैन द सेम पैसेंजर इज पासिंग अवे इन ए ट्रेन, अगर ਉਹੀ पैसेंजर ਹੁਣ ट्रेन 'ਚੋਂ बैठ के पास हो ਰਿਹਾ ਹੋਵੇ, ट्रेन 'ਚ बैठ के बेटा ट्री ਦੇ ਕੋਲੋਂ, ਤਾਂ ਉਹ ਕੀ ऑब्जर्व करेगा कि ट्री इज इन मोशन, क्योंकि ट्री पीछे नहीं जाएगा बेटा, ट्रेन अगे जा रही है। सो इन बोथ द कंडीशन ऑब्जर्वर इज राइट। देखो ऑब्जर्वर तो दोनों कंडीशन राइट है, but observations are different because in first situation observer stands on the platform which is a frame of reference at rest, means केड़ा हो गया बेटा ये inertial, and in the second situation observer moving in a train which is the frame of reference in motion। so rest and motion are relative terms, it depends upon the frame of reference कि कोई body rest हैगी है या motion है। तो ਇਹਦੀ एग्जाम्पल ਦਿੱਤੀ ਹੈ ट्री, ਆ ਕੀ ਹੈ ਪਲੇਟਫਾਰਮ ਦੇ ਉੱਤੇ ਬੰਦਾ, ਆ ਟਰੀ ਹੈ, ਤਾਂ ਹੁਣ ਕੀ ਲੱਗਿਆ ਇਹਨੂੰ ਕਿ ਇਹ ਰੈਸਟ ਹੈ। ਹੁਣ ਇਹ ਬੰਦਾ ਕਾਹਦੇ ਤੇ, ਟ੍ਰੇਨ ਤੇ ਚੜ ਗਿਆ, ਤੇ ਹੁਣ ਇਹਨੂੰ ਟਰੀ ਕਿਵੇਂ ਲੱਗੇਗਾ, ਮੋਸ਼ਨ 'ਚ। ਆਹੀ ਐਗਜ਼ਾਮਪਲ ਦਿਖਾਈ ਹੋਈ ਹੈ ਇੱਥੇ ਬੇਟਾ ਦੋਨੋਂ ਡਾਇਗਰਾਮਸ ਬਣਾ ਕੇ। ਸੋ ਅਗਲਾ ਕਨਸੈਪਟ ਹੈ ਬੇਟਾ ਪੁਆਇੰਟ ਆਬਜੈਕਟ। ਆਪਾਂ ਨੇ ਡਿਸਕਸ ਕੀਤਾ ਪੁਆਇੰਟ ਆਬਜੈਕਟ। ਕਿਸੇ ਵੀ ਆਬਜੈਕਟ ਨੂੰ ਪੁਆਇੰਟ ਆਬਜੈਕਟ ਕਦੋਂ ਕਹਿੰਦੇ ਹੈ, अगर उस ऑब्जेक्ट का साइज मीनस लेंथ ब्रेथ एटसैट्रा की हो नैगलीजिबल एज कंपेयर टू द डिस्टेंस ट्रैवल्ड बाई इट। जिमें कि मैं एग्जाम्पल दिंदा हुंदा है कि कोई बस, आ बस का इन्ना साइज है, बस आनंदपुर साहब तो चली और कित्थे पहुँच गई बेटा, अमृतसर साहिब। तो देखो बेटा बस का साइज एज कंपेयर टू डिस्टेंस ट्रैवल्ड बाई द बस बिटवीन आनंदपुर साहिब एंड अमृतसर साहिब की होएगा बेटा, बस का जो डिस्टेंस है वो की हो गया नैगलीजिबल। तो आप बस ਨੂੰ ਕੀ ਕਹਿ ਸਕਦੇ ਆ बेटा, फ्रेम ऑफ रेफरेंस। ट्रेन ਨੂੰ भी फ्रेम ऑफ रेफरेंस कह सकते हैं अगर ट्रेन अपने डिस्टेंस के कंपेरिजन वेरी लार्ज डिस्टेंस ट्रैवल करे, मीनस ਉਹ वाला ऑब्जेक्ट एंड ऑब्जेक्ट हुज साइज लाइक लेंथ ब्रेथ नेगलीजिबल होवे एज कंपेयर टू द डिस्टेंस ट्रैवल्ड बाई इट इज नोन एज पॉइंट ऑब्जेक्ट। ਹੁਣ ਇਹ पॉइंट ऑब्जेक्ट ਆਪਾਂ कॉन्सैप्ट क्यों लिया बच्चे, इस कॉन्सैप्ट का की लेना देना इस चीज़ के नाल। ਇਹ ਇਸ ਕਰਕੇ ਬੇਟਾ ਕਿ ਜਿਹੜੇ ਵੱਡੇ ਆਬਜੈਕਟਸ ਹੁੰਦੇ ਉਹਨਾਂ ਨੂੰ ਆਪਾਂ ਜਦੋਂ ਛੋਟਾ ਵੈਰੀ ਸਮਾਲ ਕੰਸੀਡਰ ਕਰ ਲੈਂਦੇ ਆ ਤਾਂ ਆਪਾਂ ਉਹਨਾਂ ਨੂੰ ਕੀ ਹੈ ਈਜ਼ੀਲੀ ਸਟੱਡੀ ਕਰ ਸਕਦੇ ਆ। ਦ ਕਨਸੈਪਟ ਆਫ ਪੁਆਇੰਟ ਆਬਜੈਕਟ ਇਜ਼ ਟੇਕਨ ਟੂ ਸਟੱਡੀ ਦਾ ਮੋਸ਼ਨ ਆਫ ਮੈਕਰੋਸਕੋਪਿਕ ਆਬਜੈਕਟਸ ਇਨ ਏ ਸਿੰਪਲੀਫਾਈਡ ਮੈਨਰ। ਜਿਵੇਂ ਕਿ ਹੁਣ ਅਰਥ ਨੂੰ ਸਟੱਡੀ ਕਰਨਾ, ਤਾਂ ਐਡੀ ਵੱਡੀ ਅਰਥ ਨੂੰ ਸਟੱਡੀ ਕਰਨਾ ਬੇਟਾ ਇੱਦਾਂ ਡਿਫੀਕਲਟ ਹੋਏਗਾ, ਤਾਂ ਅਰਥ ਨੂੰ ਆਪਾਂ ਇੱਕ ਗਲੋਬ ਦੀ ਫਾਰਮ 'ਚ ਕਰਕੇ ਸਟੱਡੀ ਕਰਦੇ ਆ, ਤਾਂ ਉਹ ਕੀ ਬਣਾ ਲਿਆ ਆਪਾਂ ਨੇ, ਪੁਆਇੰਟ ਆਬਜੈਕਟ। मीनस किसी भी मैक्रोस्कोपिक मीनस वेरी लार्ज ऑब्जेक्ट्स नू स्मॉल फॉर्म च लैके आना बेटे, फिर उन्होंने स्टडी करना। इस चीज़ नू बेटा स्टडी किया जा सकता है मैक्रोस्कोपिक ऑब्जेक्ट्स नू स्मॉल इन साइज सपोज करके, तो इसी करके आप कहता यूज़ करते हैं कॉन्सैप्ट ऑफ पॉइंट ऑब्जेक्ट। इस तो बाद है वन डायमेंशनल मोशन, ये आप कल डिस्कस करांगे, नेक्स्ट वीडियो च डिस्कस करांगे। अज दे लिए इन्ना काफ़ी है। सो थैंक यू वेरी मच बेटा। वीडियो नू जरूर शेयर करो, लाइक करो, तो चैनल ਨੂੰ ਸਬਸਕ੍ਰਾਈਬ ਕਰੋ, ਤੇ ਇਹਦੇ ਨਾਲ ਕੀ ਹੋਏਗਾ ਕਿ ਤੁਹਾਨੂੰ ਨੋਟੀਫਿਕੇਸ਼ਨਸ ਆਉਂਦੀਆਂ ਰਹਿਣਗੀਆਂ। ਤੇ ਬਾਕੀ ਕੋਈ ਡਾਊਟ ਹੋਵੇ ਬੱਚੇ ਤਾਂ ਕੰਟੈਕਟ ਕਰੋ, ਨੰਬਰ ਮੇਰੇ ਇੱਥੇ ਡਿਸਪਲੇ ਹੋ ਰਿਹਾ ਬੱਚੇ। ਕੋਈ ਵੀ ਕਿਸੇ ਵੀ ਬੱਚੇ ਨੂੰ ਕੋਈ ਡਾਊਟ ਹੈ ਤਾਂ ਕੰਟੈਕਟ ਕਰਕੇ ਸਮਝ ਸਕਦਾ ਬੇਟਾ। ਜ਼ੂਮ ਐਪ ਤੇ ਆਨਲਾਈਨ ਸਮਝ ਸਕਦਾ ਹੈ, ਤੇ ਆਨਲਾਈਨ ਕਲਾਸਿਸ ਲੱਗਦੀਆਂ, ਉਹਨਾਂ ਕਲਾਸਿਸ ਤੁਸੀਂ